कई उतार चढ़ाव ते वाद विवादां दे बाद आखिरकार भारत फ्रांस दे विच राफेल जहाज़ां दा सौदा अपने अंजाम तक पहुंचे है। हुण 5 राफेल जहाज़ फ्रांस तो भारत आ रहे ने। ये तस्वीरां उस समय दियां ने जदों फ्रांस तो भारत लई राफेल जहाज़ां ने उड़ान भरी। ये जहाज़ 29 जुलाई नूं भारत पहुंच रहे ने, जिस दे लई इन्हां उड़ान भर लई है। 5 राफेल जहाज़ां नूं हरी झंडी विखाउंदे होए फ्रांस स्थित भारतीय दूतावास ने कहा कि राफेल भारत की ताकत विच वाधा करनगे। In Bordeaux for the takeoff of 5 Rafale jets that are flying to India today. Our Air Force pilots tell us that these are extremely swift, nimble, versatile and very deadly aircraft. You might call them, they are both beauty and beast. They are superb flying machines being flown by the best pilots in the world. We'd like to thank Dassault for delivering the aircraft on time, the French Air Force and the French government for all the support they've provided. This is going to add a great deal of strength to our air power and defense preparedness, but it is also a powerful symbol of the strategic partnership between India and France. So our pilots I've just spoken to them, they are very excited. They are very proud to be flying these machines to India today. It's going to be a long flight and it is a remarkable symbol of their professionalism, their endurance and the skills that they have acquired during the training, that they'll be able to do this with mid-air refueling and just a single stop en route to India, which is actually quite a long distance. We have bid them safe landing in India, a smooth flight on the way, and a great service to the cause of India's defense and security. They play a very important role in that. So we look forward to seeing their induction in India in the next couple of days. Thank you. ਭਾਰਤੀ ਫੌਜ ਨੇ ਆਪਣੇ ਆਪਾਤ ਅਧਿਕਾਰਾਂ ਦਾ ਇਸਤੇਮਾਲ ਕਰਦਿਆਂ ਉन्नत ਲੜਾਕੂ ਜਹਾਜ਼ਾਂ ਦੇ ਲਈ ਹੈਮਰ ਮਿਜ਼ਾਈਲਾਂ ਦੀ ਖਰੀਦ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਅਤੇ ਚੀਨ ਦੇ ਵਿੱਚ ਸਰਹੱਦ ਤੇ ਤਣਾਅ ਦੌਰਾਨ ਭਾਰਤ ਦੇ ਲਈ ਇਹ ਜਹਾਜ਼ ਹੋਰ ਵੀ ਅਹਿਮ ਨੇ। ਇਹ ਭਾਰਤੀ ਹਵਾਈ ਫੌਜ ਦੀ ਸਮਰੱਥਾ 'ਚ ਵਾਧਾ ਕਰਨਗੇ। ਹੁਣ ਤੱਕ ਲੜਾਕੂ ਜਹਾਜ਼ਾਂ ਦੇ ਲਈ ਰੂਸ ਤੇ ਨਿਰਭਰ ਰਹੇ ਭਾਰਤ 'ਚ ਹੁਣ ਨਵੇਂ ਦੌਰ ਦੇ ਰਾਫੇਲ ਜਹਾਜ਼ ਆਪਣੇ ਨਾਲ ਨਵੀਂ ਤਕਨੀਕ ਵੀ ਲਿਆਉਣਗੇ। ਤੇ ਇਸ ਵੇਲੇ ਅੰਬਾਲਾ 17 ਸਕੁਆਡਰਨ ਦੇ ਵਿੱਚ ਆ ਰਹੇ ਨੇ। ਇਹਨਾਂ ਦੀ ਮਾਰ ਚੀਨ ਦੇ ਵਿੱਚ ਡੀਪ ਤੱਕ ਤੇ ਪਾਕਿਸਤਾਨ ਦੇ ਵਿੱਚ ਡੀਪ ਦੇ ਵਿੱਚ ਹੋਏਗੀ ਔਰ ਅੱਗੇ ਨੂੰ ਵੀ ਜੋ ਹੋਰ ਏਅਰਕ੍ਰਾਫਟ ਆਉਣਗੇ। ਸਾਡੇ ਕੋਲ ਪਹਿਲਾਂ ਜਿਹੜਾ ਹੈਗਾ ਮਾਰਕ 30 ਮਾਰਕ 1 ਹੈ, ਸੂ ਉਹੀ ਚਾਈਨਾ ਦੇ ਕੋਲ ਵੀ ਹੈ। ਸਾਡੇ ਕੋਲ ਜਿਹੜਾ 29 ਹੈ ਉਹਨਾਂ ਕੋਲ ਵੀ ਹੈ। ਤਾਂ ਉਹਨਾਂ ਦੇ ਮੁਕਾਬਲੇ ਸਾਡੇ ਏਅਰਕ੍ਰਾਫਟ ਸਟਿਲ ਬੈਟਰ ਨੇ ਕਿਉਂਕਿ ਅਸੀਂ ਖੁਦ ਇਹਨਾਂ ਨੂੰ ਮੇਨਟੇਨ ਕਰ ਰਹੇ ਹਾਂ ਔਰ ਸਾਡੇ ਕੋਲ ਇਸ ਹਿਸਾਬ ਦੇ ਨਾਲ ਸਾਡੇ ਆਪਣੇ ਬਣਾਏ ਏਅਰਕ੍ਰਾਫਟ ਜੋ ਹੈ ਕਿਉਂਕਿ ਅਸੀਂ ਇਹਨਾਂ ਨੂੰ ਅਸੈਂਬਲ ਕਰ ਰਹੇ ਹਾਂ, ਉਹਨਾਂ ਦੀ क्षमता ਜ਼ਿਆਦਾ ਹੈ। ਖੈਰ ਪਾਕਿਸਤਾਨ ਤੋਂ ਤਾਂ ਖੈਰ ਬਹੁਤ ਜ਼ਿਆਦਾ ਹੈ ਤੇ ਲੇਕਿਨ ਚੀਨ ਦੇ ਬਰਾਬਰ ਤਕਰੀਬਨ ਅਗਰ ਇਸ ਇਲਾਕੇ ਦੇ ਵਿੱਚ ਗਿਣੀਏ ਤਾਂ ਅਸੀਂ ਉਹਨਾਂ ਦੇ ਬਰਾਬਰ ਦੇ ਹਾਂ। 29 ਜੁਲਾਈ ਨੂੰ ਅੰਬਾਲਾ ਪਹੁੰਚ ਰਹੇ ਰਾਫੇਲ ਜਹਾਜ਼ਾਂ ਦੇ ਲਈ ਭਾਰਤ 60 ਤੋਂ 70 ਕਿਲੋਮੀਟਰ ਦੀ ਦੂਰੀ ਤੱਕ ਸਟੀਕ ਮਾਰ ਕਰਨ ਵਾਲੀ ਹੈਮਰ ਮਿਜ਼ਾਈਲ ਵੀ ਖਰੀਦ ਰਹੀ ਹੈ। ਹੈਮਰ ਮਿਜ਼ਾਈਲ ਤਿਆਰ ਕਰਨ ਵਾਲੀ ਕੰਪਨੀ ਮੁਤਾਬਕ ਦੂਰ ਤੋਂ ਹੀ ਆਸਾਨੀ ਨਾਲ ਇਸਤੇਮਾਲ ਕੀਤੀ ਜਾਂਦੀ ਹੈ। ਹਵਾ ਤੋਂ ਧਰਤੀ ਤੇ ਮਿਜ਼ਾਈਲ ਦਾ ਨਿਸ਼ਾਨਾ ਸਟੀਕ ਹੈ। ਮਿਰਾਜ ਲੜਾਕੂ ਜਹਾਜ਼ਾਂ 'ਚ ਵੀ ਫਿੱਟ ਹੋ ਸਕਦੀ ਹੈ। ਪਹਾੜੀ ਇਲਾਕਿਆਂ 'ਚ ਬੰਕਰਾਂ ਖਿਲਾਫ ਕਾਰਗਰ ਹੈ ਕਿਉਂਕਿ ਇਹ ਡੀਪ ਸਟ੍ਰਾਈਕ ਏਅਰਕ੍ਰਾਫਟ ਹੈ ਜੋ ਜਿਹਦੀਆਂ ਮਿਸਾਈਲਾਂ ਸਕੈਲਪ ਮਿਸਾਈਲ ਹੈ ਉਹ 300 ਕਿਲੋਮੀਟਰ ਦੂਰ ਤੱਕ ਮਾਰ ਕਰ ਸਕਦੀ ਹੈ। ਹਵਾਈ ਜਹਾਜ਼ ਇੱਥੇ ਉੱਡੇਗਾ, ਚੰਡੀਗੜ੍ਹ ਉੱਡੇ ਚਾਹੇ ਜਲੰਧਰ, ਪਰ ਇਹਦੀ ਮਾਰੀ ਹੋਈ ਮਿਸਾਈਲ ਪੂਰੇ ਪਾਕਿਸਤਾਨ ਤੇ ਚੀਨ ਤੱਕ ਜਾਏਗੀ। ਇਸੇ ਤਰ੍ਹਾਂ ਹੀ ਇਹਦੇ ਕੋਲ 2 ਹੋਰ ਮਿਸਾਈਲਾਂ ਨੇ ਜਿਹੜੀਆਂ ਖਾਸ ਕਰਕੇ 150 ਕਿਲੋਮੀਟਰ ਤੱਕ ਮਾਰ ਕਰਦੀਆਂ ਨੇ ਤੇ 6 ਮਿਸਾਈਲਾਂ ਇਹਦੇ ਵਿੱਚ ਲੋਡ ਹੋ ਸਕਦੀਆਂ ਨੇ। ਮਿਜ਼ਾਈਲ ਦੇ ਅੱਗੇ GPS, ਇਨਫਰਾਰੈਡ ਅਤੇ ਲੇਜ਼ਰ ਵੀ ਲੱਗੀ ਹੁੰਦੀ ਹੈ। ਇਹਨਾਂ ਤਿਆਰੀਆਂ 'ਚ ਰਾਫੇਲ ਭਾਰਤ ਪਹੁੰਚ ਰਹੇ ਨੇ। 5 ਫਾਈਟਰ ਪਲੇਨ ਨੂੰ ਭਾਰਤੀ ਪਾਇਲਟ ਉਡਾ ਕੇ ਅੰਬਾਲਾ 에ਅਰਬੇਸ ਲਿਆ ਰਹੇ ਨੇ। ਫਰਾਂਸ ਤੋਂ ਭਾਰਤ ਆਉਂਦੇ ਸਮੇਂ 5 ਫਾਈਟਰ ਪਲੇਨ ਨੂੰ 28 ਜੁਲਾਈ ਨੂੰ ਸੰਯੁਕਤ ਅਰਬ ਅਮੀਰਾਤ ਦੇ
ਅਲਡਾਫਰਾ 에ਅਰ ਬੇਸ ਤੇ ਉਤਾਰਿਆ ਜਾਵੇਗਾ। ਇਸ ਤੋਂ ਬਾਅਦ 5 ਰਾਫੇਲ ਜਹਾਜ਼ 29 ਜੁਲਾਈ ਦੀ ਸਵੇਰ ਭਾਰਤ ਪਹੁੰਚ ਜਾਣਗੇ। ਰਾਫੇਲ ਨੂੰ ਅੰਬਾਲਾ 에ਅਰ ਬੇਸ ਤੇ ਤਾਇਨਾਤ ਕੀਤਾ ਜਾਵੇਗਾ। ਭਾਰਤ ਨੇ ਫਰਾਂਸ ਤੋਂ 36 ਰਾਫੇਲ ਜਹਾਜ਼ ਖਰੀਦਣ ਦੀ ਡੀਲ ਕੀਤੀ ਹੈ, ਜਿਸ ਵਿੱਚੋਂ 5 ਜਹਾਜ਼ ਦੀ ਡਿਲੀਵਰੀ ਦਿੱਤੀ ਜਾ ਰਹੀ ਹੈ। ਬਾਕੀ ਜਹਾਜ਼ 2022 ਤੱਕ ਭਾਰਤ ਨੂੰ ਮਿਲਣ ਦੀ ਉਮੀਦ ਹੈ। ਰਾਫੇਲ ਤੋਂ ਪਹਿਲਾਂ ਵੀ ਭਾਰਤੀ ਹਵਾਈ ਫੌਜ 'ਚ ਅਜਿਹੇ ਫਾਈਟਰ ਜੈਟ ਸ਼ਾਮਲ ਨੇ ਜੋ ਦੁਸ਼ਮਣ ਨੂੰ ਪਰੇਸ਼ਾਨ ਕਰਨ ਦੇ ਲਈ ਕਾਫੀ ਨੇ। ਭਾਰਤੀ ਹਵਾਈ ਫੌਜ ਕੋਲ ਮਿਗ ਜਹਾਜ਼, ਮਿਰਾਜ 2000, ਸੁਖੋਈ 30, ਜਗੁਆਰ, ਚਨੂਕ ਅਤੇ ਅਪਾਚੇ ਵਰਗੇ ਹੈਲੀਕਾਪਟਰ ਵੀ ਨੇ। ਹੁਣ ਇਸ ਬੇੜੇ 'ਚ ਰਾਫੇਲ ਵੀ ਸ਼ਾਮਲ ਹੋਣ ਜਾ ਰਹੀ ਹੈ। ਰਾਫੇਲ ਫਾਈਟਰ ਜੈਟ ਦੀ ਤੈਨਾਤੀ ਲਈ ਅੰਬਾਲਾ 에ਅਰ ਬੇਸ ਤੇ ਅਲੱਗ ਤੋਂ ਇਨਫਰਾਸਟ੍ਰਕਚਰ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਹੈਂਗਰ, 에ਅਰ ਸਟ੍ਰਿਪ ਅਤੇ ਕਮਾਂਡ ਐਂਡ ਕੰਟਰੋਲ ਸਿਸਟਮ ਸ਼ਾਮਲ ਹੈ। ਭਾਰਤੀ ਹਵਾਈ ਫੌਜ ਵਿੱਚ ਰਾਫੇਲ ਦਾ ਸ਼ਾਮਲ ਹੋਣਾ ਦੱਖਣੀ ਏਸ਼ੀਆ 'ਚ ਗੇਮ ਚੇਂਜਰ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਫਰਾਂਸ ਗਏ ਸਨ, ਜਿੱਥੇ ਉਹਨਾਂ ਰੀਤੀ ਰਿਵਾਜਾਂ ਨਾਲ ਫਰਾਂਸ ਤੋਂ ਜਹਾਜ਼ ਲੈਣ ਦੀ ਰਸਮੀ ਸ਼ੁਰੂਆਤ ਕੀਤੀ ਸੀ। Twenty-9th of July 2020 is going to be a red letter day for the Indian Air Force. 5 Rafale aircraft which were ordered for 59,000 crores have taken off from, well, 36 were ordered, 5 have taken off from Toulouse. I think they'll make stopping and possibly last stop in Dubai, possibly coming down to Jammu and landing in Ambala. It has got 2 places where the 36 Rafale will go, Ambala and Hashimara in Assam. Now, these are one of the 4.5 generation aircraft, and they have got a range of 3,500 kilometers, 14 hard points, a very, very powerful French FEE radar. And as far as the Air Force is concerned, it is the big brother of the Mirage. It's got the same more or less commonality with it, except a HOTAS thing, control of the aircraft. It has got helmet-mounted displays. It has got the weapons, the scalp, surface to air. It has got Meteor, air to air, and possibly Hammer, because the platform itself are costing 34,000 crores, and about over 10,000 is for Indian. It is tailor-made, bespoke for the Indian Air Force, which would probably also use the Spice, the Lightning pod, and of course have its own weapon systems which are available in India, and the bombs which are available in India, because the aircraft has got 14 hard points. The Navy also in France flies the Rafale, but it's got only 13 hard points. 30mm jet, powerful gun. And it has also got the Meteor, long range. It has got the Mica, short range. And 724 crores is set aside for extra weapons. Possibly the Hammer, another short range weapon. Besides that, the engine is from Smekma, Safran, and the Indian Air Force at Gwalior has been flying them. Smekma engines are all over India. HAL has got a contract with them. So the 5 Rafales which are going to land are going to give greater air superiority, ground attack superiority with all the powerful bombs, and as they say, it can also fire the Exocet to kill ships at sea. Red letter day, 20th of July, when the 5 first Rafales land from Toulouse to India, and Indian Air Force slowly inducts it, while its support party is also coming along with about 50 engineers. The French will help us because the infrastructure contract itself
is over 10,000 crores in Pashimara and Ambala. 5 राफेल फाइटर एयरक्राफ्ट को आज फ्रांस से इंडियन एम्बेसडर जो फ्रांस में हैं मिस्टर अशरफ, उन्होंने उनको विदा किया और मुबारकबाद देते हुए वो 7,000 किलोमीटर तय करते हुए परसों हिंदुस्तान पहुंचेंगे। एयर टू एयर रिफ्यूलिंग और एक नाइट हॉल्ट यूएई में लेंगे। ये फाइटर एयरक्राफ्ट जो अंबाला पहुंचेंगे ये बहुत जल्दी ऑपरेशनलाइज होंगे और ये बहुत ही ज़बरदस्त गेम चेंजर है, एक फोर्स मल्टीप्लायर है और ये एक ऑपरेशनल पंच ऐड करते हैं। ये तरह तरह के मिसाइल्स फायर करने की काबिलियत रखते हैं। जैसे हैमर हुआ वो तकरीबन 70 किलोमीटर तक फायर करता है और ज़बरदस्त किसी भी बंकर को बर्बाद करने की काबिलियत रखता है। मीटियोर जो तकरीबन 100 किलोमीटर तक मिसाइल फायर होती है, स्कैल्प 300 किलोमीटर तक वो मिसाइल फायर होती है। ये एयरक्राफ्ट जो है एक बहुत ही ज़बरदस्त हाई ऑल्टीट्यूड में भी टेक ऑफ और लैंड कर सकता है, हाई ऑल्टीट्यूड में बड़ी आराम से ऑपरेट कर सकता है। तो मैं कहूँगा इस तरह के का एयरक्राफ्ट इंडियन एयरफोर्स में आना इज़ अ रियल गेम चेंजर। At least 5 Rafales, if not 6 of them, are expected to land in India on Friday. They will take off from France and fly to India via Abu Dhabi. They are accompanied by a mid-air refueler based on A330s, the kind that the French Air Force uses. We've got 12 pilots who've been trained over there already. The contract caters for actually 36 pilots to be trained. But 12 have already been trained over there, and I suppose our own pilots will be flying these aircrafts down to India. For the Indian Air Force, I think this is a great day to celebrate that they're getting this kind of a line, this kind of a aircraft in their inventory. And if you recall, we had a little bit of shortage in terms of, I would say, our air-to-air fighting capability. Basically, our air-to-air missiles did not quite match up with the kind of air-to-air missiles that the Pakistanis had. That problem should be taken care of by the induction of Rafale and the weapons that they will carry on them. Amongst the missiles are the Meteor missiles and the Scalp. The Meteor missiles range longer than any other known air-to-air missiles, and the Scalp, of course, is a very deadly air-to-ground missile system. So put together, I think the Air Force fighting capability will definitely see a lot of enhancement, and especially with the kind of problem that we are having in eastern Ladakh along the Indo-Tibet border, Rafales are a very welcome addition to the Air Force's arsenal. ਰਾਫੇਲ ਕੀ ਕਰ ਸਕੇਗਾ? ਕੀ ਰਾਫੇਲ ਵਾਕਈ ਬਿਹਤਰੀਨ ਲੜਾਕੂ ਜਹਾਜ਼ ਹੈ? ਕਿ ਇਸ ਦੇ ਆਉਣ ਨਾਲ ਭਾਰਤੀ ਫੌਜ ਦੀ ਤਾਕਤ ਵਧੇਗੀ? ਕਿ ਚੀਨ ਤੇ ਪਾਕਿਸਤਾਨ ਨਾਲ ਜੰਗ ਦੇ ਹਾਲਾਤ 'ਚ ਰਾਫੇਲ ਕਾਰਗਰ ਸਾਬਿਤ ਹੋਵੇਗਾ? ਇਹ ਉਹ तमाम ਸਵਾਲ ਨੇ ਜੋ ਰਾਫੇਲ ਦੀ ਚਰਚਾ ਬਾਅਦ ਉੱਠ ਰਹੇ ਨੇ। ਦਰਅਸਲ ਕਿਸੇ ਵੀ ਲੜਾਕੂ ਜਹਾਜ਼ ਦੀ ਤਾਕਤ ਉਸ ਦੀ ਸੈਂਸਰ ਸਮਰੱਥਾ ਤੇ ਹਥਿਆਰ ਤੇ ਨਿਰਭਰ ਕਰਦੀ ਹੈ। ਭਾਵ ਕਿ ਕੋਈ ਫਾਈਟਰ ਪਲੇਨ ਕਿੰਨੀ ਦੂਰੀ ਤੋਂ ਵੇਖ ਸਕਦਾ ਹੈ ਤੇ ਕਿੰਨੀ ਦੂਰੀ ਤੱਕ ਮਾਰ ਕਰ ਸਕਦਾ ਹੈ। ਜ਼ਾਹਰ ਹੈ ਇਸ ਮਾਮਲੇ 'ਚ ਰਾਫੇਲ ਇੱਕਦਮ ਨਵਾਂ ਹੈ। ਭਾਰਤ ਨੇ ਇਸ ਤੋਂ ਪਹਿਲਾਂ 1997-98 'ਚ ਰੂਸ ਤੋਂ ਸੁਖੋਈ ਲੜਾਕੂ ਜਹਾਜ਼ ਖਰੀਦਿਆ ਸੀ। ਕੋਈ ਫਾਈਟਰ ਪਲੇਨ ਕਿੰਨੀ ਉਚਾਈ ਤੱਕ ਜਾਂਦਾ ਹੈ ਇਹ ਉਸ ਦੇ ਇੰਜਨ ਦੀ ਤਾਕਤ 'ਤੇ ਨਿਰਭਰ ਕਰਦਾ ਹੈ। ਆਮ ਤੌਰ 'ਤੇ ਫਾਈਟਰ ਪਲੇਨ 40 ਤੋਂ 50,000 ਫੁੱਟ ਦੀ ਉਚਾਈ ਤੱਕ ਜਾਂਦੇ ਨੇ, ਪਰ ਉਚਾਈ ਤੋਂ ਕਿਸੇ ਲੜਾਕੂ ਜਹਾਜ਼ ਦੀ ਤਾਕਤ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਫਾਈਟਰ ਪਲੇਨ ਦੀ ਤਾਕਤ ਹਥਿਆਰ ਤੇ ਸੈਂਸਰ ਸਮਰੱਥਾ ਤੋਂ ਹੀ ਪਤਾ ਲੱਗ ਸਕਦੀ ਹੈ। ਰਾਫਾਲ ਲੜਾਕੂ ਜਹਾਜ਼ ਦੀਆਂ ਖਾਸ ਗੱਲਾਂ। ਰਾਫਾਲ ਜਹਾਜ਼ ਪਰਮਾਣੂ ਮਿਜ਼ਾਈਲ ਡਿਲੀਵਰ ਕਰਨ ਦੀ ਸਮਰੱਥਾ ਰੱਖਦਾ ਹੈ। ਦੁਨੀਆ ਦੇ ਸਭ ਤੋਂ ਆਰਾਮਦਾਇਕ ਹਥਿਆਰਾਂ ਨੂੰ ਇਸਤੇਮਾਲ ਕਰਨ ਦੀ ਸਮਰੱਥਾ ਰੱਖਦਾ ਹੈ। ਦੋ ਤਰ੍ਹਾਂ ਦੀਆਂ ਮਿਜ਼ਾਈਲਾਂ, ਇੱਕ ਦੀ ਰੇਂਜ 150 ਕਿਲੋਮੀਟਰ, ਦੂਜੀ ਦੀ ਰੇਂਜ ਕਰੀਬ 300 ਕਿਲੋਮੀਟਰ ਨੂੰ ਲਿਜਾਣ ਦੀ ਸਮਰੱਥਾ ਹੈ। ਰਾਫਾਲ ਵਰਗਾ ਜਹਾਜ਼ ਚੀਨ ਅਤੇ ਪਾਕਿਸਤਾਨ ਦੇ ਕੋਲ ਵੀ ਨਹੀਂ।
ਇਹ ਭਾਰਤੀ ਹਵਾਈ ਫੌਜ ਦੇ ਇਸਤੇਮਾਲ ਕੀਤੀ ਜਾਣ ਵਾਲੀ ਮਿਰਾਜ 200 ਦਾ ਐਡਵਾਂਸ ਵਰਜਨ ਹੈ। ਭਾਰਤੀ ਹਵਾਈ ਫੌਜ ਕੋਲ 51 ਮਿਰਾਜ 2000 ਨੇ। दासो एविएशन के मुताबिक राफाल की स्पीड मैक 1.8 है, यानी कि 2020 किलोमीटर प्रति घंटे की रफ्तार। उचाई 5.30 मीटर, लंबाई 15.30 मीटर। राफाल जहाज हवा च तेल भरिया जा सकता है। राफाल लड़ाकू जहाज हुण तक अफगानिस्तान, लीबिया, माली, इराक और सीरिया वर्गे देशों च होईयां लड़ाइयां च वरतिया गया है। ਭਾਰਤੀ ਹਵਾਈ ਫੌਜ 'ਚ ਪਹਿਲਾਂ ਲੜਾਕੂ ਜਹਾਜ਼ ਸੁਖੋਈ ਸ਼ਾਮਲ ਰਿਹਾ ਹੈ, ਜੋ ਰੂਸ ਤੋਂ ਖਰੀਦਿਆ ਗਿਆ ਤੇ ਹੁਣ ਰਾਫੇਲ ਸ਼ਾਮਲ ਹੋ ਰਿਹਾ ਹੈ। ਅਜਿਹੇ 'ਚ ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਆਖਿਰ ਰਾਫੇਲ ਜੈਟ ਸੁਖੋਈ ਤੋਂ ਕਿਵੇਂ ਵੱਖਰਾ ਹੈ। ਰਾਫੇਲ ਸੁਖੋਈ ਦੇ ਮੁਕਾਬਲੇ ਕਾਫੀ ਛੋਟੇ ਖੇਤਰ 'ਚ ਘੁੰਮ ਸਕਦਾ ਹੈ। ਸੁਖੋਈ 30 ਦੇ ਮੁਕਾਬਲੇ ਰਾਫੇਲ ਦੀ ਰੇਂਜ ਕਈ ਗੁਣਾ ਜ਼ਿਆਦਾ ਹੈ। ਰਾਫੇਲ ਦੀ ਮਾਰੂ ਸਮਰੱਥਾ 780 ਤੋਂ 1055 ਕਿਲੋਮੀਟਰ ਹੈ। ਸੁਖੋਈ ਦੀ ਮਾਰੂ ਸਮਰੱਥਾ 400 ਤੋਂ 550 ਕਿਲੋਮੀਟਰ ਹੈ। ਰਾਫੇਲ 24 ਘੰਟਿਆਂ 'ਚ 5 ਚੱਕਰ ਲਾਉਣ ਦੀ ਸਮਰੱਥ ਹੈ। ਇਸ ਦੇ ਮੁਕਾਬਲੇ ਸੁਖੋਈ 30 ਸਿਰਫ 3 ਚੱਕਰ ਲਾਉਣ 'ਚ ਸਮਰੱਥ ਹੈ। ਭਾਰਤੀ ਹਵਾਈ ਫੌਜ ਦਾ ਮੰਨਣਾ ਹੈ ਕਿ ਰਾਫੇਲ ਹਵਾਈ ਫੌਜ ਲਈ ਗੇਮ ਚੇਂਜਰ ਸਾਬਿਤ ਹੋਵੇਗਾ, ਕਿਉਂਕਿ ਆਪਣੀ ਤਾਕਤ ਤੇ ਸਮਰੱਥਾ ਕਾਰਨ ਜਾਣਿਆ ਜਾਂਦਾ ਹੈ। Rafale will bring a lot of capability into the Air Force. If you look at our operational capability jump, it will be huge with this induction. We must realize that it is not only the 36 aircraft which gets inducted. When we fly such missions, we always have force packaging philosophy, and from that angle, the overall package, the strength that it gets with the aircraft capability like this is very huge. So our operational philosophy wise, we will plan to do new things in terms of what technologies this aircraft has brought in, the kind of weapons this aircraft has brought in. It will again be a game changer for the Indian Air Force from both a planning perspective, from the point of view of doing our offensive missions, and from point of view of planning the kind of war we want to conduct in the coming years. ਭਾਰਤ ਦੇ 10 ਪਾਇਲਟ 40 ਟੈਕਨੀਸ਼ੀਅਨ ਫਰਾਂਸ 'ਚ ਟ੍ਰੇਨਿੰਗ ਲੈ ਰਹੇ ਨੇ। ਇਹ ਟੀਮ ਵਾਪਸ ਭਾਰਤ ਪਰਤ ਕੇ ਬਾਕੀ ਪਾਇਲਟਾਂ ਨੂੰ ਟ੍ਰੇਨਿੰਗ ਦੇਵੇਗੀ। ਇਸੇ ਤਰ੍ਹਾਂ ਲੜੀਵਾਰ ਤਹਿਤ ਭਾਰਤੀ ਪਾਇਲਟ ਰਾਫੇਲ ਨੂੰ ਉਡਾਉਣਗੇ। ਇਹ ਉਹ ਲੜਾਕੂ ਜਹਾਜ਼ ਹੈ ਭਾਰਤ ਦੀ ਫੌਜੀ ਤਾਕਤ ਨੂੰ ਜੋ ਵਧਾਏਗਾ।